हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਮਿਡੀਵਲ ਹਿਸਟਰੀ ਆਪਾਂ ਸਟਾਰਟ ਕਰੀ ਹੋਈ ਹੈ। ਲੈਕਚਰ 7 ਲੈ ਕੇ ਆਏ ਹਾਂ ਅਤੇ ਅਗਲਾ ਆਪਣਾ ਨਵਾਂ ਟੌਪਿਕ ਹੈ ਜਿਹੜਾ ਤੁਗਲਕ ਵੰਸ਼। ਸੋ ਇਹਦੇ ਨਾਲ ਸੰਬੰਧਿਤ ਜੋ ਵੀ MCQ ਪ੍ਰਸ਼ਨ ਉੱਤਰ ਬਣਦੇ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। 6 ਲੈਕਚਰ ਇਸ ਤੋਂ ਪਹਿਲਾਂ ਪ੍ਰੋਵਾਈਡ ਕਰ ਦਿੱਤੇ ਨੇ। ਇਸ ਤੋਂ ਇਲਾਵਾ ਏਸੈਟ ਹਿਸਟਰੀ ਦੇ 27-28 ਲੈਕਚਰ ਨੇ ਜਿਹੜੇ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਨੇ। ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਜਾਂ ਫਿਰ ਚੈਨਲ ਦੀ ਪਲੇਲਿਸਟ ਦੇ ਵਿੱਚ ਮਿਲ ਜਾਏਗਾ। ਸੋ ਡੇਲੀ 3 ਵਜੇ ਕਲਾਸ ਇਹ ਹੁੰਦੀ ਹੈ। ਸੋ ਜੋ ਚਾਹੇ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਜਿਹੜਾ ਬਣਦਾ ਹੈ, ਤੁਗਲਕ ਵੰਸ਼ ਦੀ ਨੀਂਹ 1320 ਦੇ ਵਿੱਚ ਕਿਸ ਨੇ ਰੱਖੀ ਸੀ। ਇੱਥੇ ਵੀ 2 ਕੁਐਸਚਨ ਬਣਦੇ ਆ। ਤੁਗਲਕ ਵੰਸ਼ ਦੀ ਨੀਂਹ ਜਿਹੜੀ ਕਦੋਂ ਰੱਖੀ ਗਈ ਸੀ 1320 ਦੇ ਵਿੱਚ ਅਤੇ ਕਿਸ ਦੇ ਦੁਆਰਾ ਰੱਖੀ ਗਈ ਸੀ। ਇਹ ਨਾਮ ਦੱਸਣਾ ਹੈ। ਗਾਜ਼ੀ ਤੁਗਲਕ, ਫਿਰੋਜ਼ ਸ਼ਾਹ, ਮੁਹੰਮਦ ਬਿਨ ਤੁਗਲਕ ਜਾਂ ਤੁਗਲਕ ਸ਼ਾਹ। ਤਾਂ ਤੁਗਲਕ ਵੰਸ਼ ਦੀ ਜਿਹੜੀ ਨੀਂਹ ਹੈ 1320 ਈਅਰ ਦੇ ਵਿੱਚ ਗਾਜ਼ੀ ਤੁਗਲਕ ਦੇ ਦੁਆਰਾ ਜਿਹੜਾ ਰੱਖੀ ਗਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜੂਨਾ ਖਾਂ ਕਿਸ ਤੁਗਲਕ ਸ਼ਾਸਕ ਦਾ ਮੁੱਢਲਾ ਨਾਮ ਸੀ। ਸੋ ਜੂਨਾ ਖਾਂ ਮੁੱਢਲਾ ਨਾਮ ਇਹਦੇ ਵਿੱਚ ਦੱਸਿਆ ਗਿਆ ਹੈ। ਕਿਹੜੇ ਸ਼ਾਸਕ ਦਾ ਸੀਗਾ? ਤੁਗਲਕ ਸ਼ਾਸਕ ਦਾ। ਗਿਆਸੁਦੀਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਮੁਹੰਮਦ ਬਿਨ ਤੁਗਲਕ ਜਾਂ ਤੁਗਲਕ ਸ਼ਾਹ ਦਾ। ਤਾਂ ਜੂਨਾ ਖਾਂ ਜਿਹੜਾ ਨਾਮ ਸੀਗਾ ਮੁਹੰਮਦ ਬਿਨ ਤੁਗਲਕ ਦਾ ਸੀਗਾ, ਮੁੱਢਲਾ ਨਾਂ ਸੀਗਾ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕੁਤਬ ਮੀਨਾਰ ਦੇ ਪੂਰਬ ਵੱਲ ਤੁਗਲਕਾਬਾਦ ਨਾਮੀ ਨਗਰ ਦੀ ਸਥਾਪਨਾ ਕਿਸ ਨੇ ਕੀਤੀ ਸੀ। ਗਿਆਸੁਦੀਨ ਤੁਗਲਕ ਨੇ, ਫਿਰੋਜ਼ ਸ਼ਾਹ ਤੁਗਲਕ ਨੇ, ਮੁਹੰਮਦ ਬਿਨ ਤੁਗਲਕ ਨੇ ਜਾਂ ਫਿਰ ਤੁਗਲਕ ਸ਼ਾਹ ਨੇ। ਤਾਂ ਕੁਤਬ ਮੀਨਾਰ ਦੇ ਪੂਰਬ ਵੱਲ ਜੋ ਤੁਗਲਕਾਬਾਦ ਨਾਮੀ ਨਗਰ ਹੈ ਤਾਂ ਇਹਦੀ ਜਿਹੜੀ ਸਥਾਪਨਾ ਹੈ ਉਹ ਗਿਆਸੁਦੀਨ ਤੁਗਲਕ ਨੇ ਕੀਤੀ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗਿਆਸੁਦੀਨ ਤੁਗਲਕ ਦੀ ਮੌਤ ਹਾਥੀ ਦੇ ਟਕਰਾਉਣ ਤੇ ਮੰਡਪ ਹੇਠਾਂ ਦਬ ਕੇ ਕਦੋਂ ਹੋਈ ਸੀ। ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਗਿਆਸੁਦੀਨ ਤੁਗਲਕ ਦੀ ਮੌਤ ਕਿਵੇਂ ਹੋਈ ਸੀ। ਤਾਂ ਹਾਥੀ ਦੇ ਨਾਲ ਟਕਰਾ ਗਿਆ ਸੀਗਾ ਇਹ ਅਤੇ ਮੰਡਪ ਹੇਠਾਂ ਦੱਬਿਆ ਗਿਆ ਸੀ। ਅਤੇ ਕਿਹੜੇ ਈਅਰ ਦੇ ਵਿੱਚ ਹੋਈ ਸੀ? ਫਰਵਰੀ 1325, ਮਾਰਚ 1325, ਜਨਵਰੀ 1325 ਜਾਂ ਅਗਸਤ 1325। ਤਾਂ ਇਹ ਮੌਤ ਹੋਈ ਸੀ ਜਿਹੜੀ ਫਰਵਰੀ 1325 ਦੇ ਵਿੱਚ ਹੋਈ ਸੀ ਗਿਆਸੁਦੀਨ ਤੁਗਲਕ ਦੀ, ਹਾਥੀ ਦੇ ਨਾਲ ਟਕਰਾਉਣ ਤੇ ਮੰਡਪ ਦੇ ਹੇਠਾਂ ਆਉਣ ਕਰਕੇ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੇਠ ਦਿੱਤੇ ਵਾਕਾਂ ਵਿੱਚੋਂ ਕਿਹੜਾ ਗਿਆਸੁਦੀਨ ਤੁਗਲਕ ਬਾਰੇ ਸਹੀ ਨਹੀਂ ਹੈ। ਤੁਗਲਕ ਵੰਸ਼ ਦੀ ਨੀਂਹ ਗਿਆਸੁਦੀਨ ਤੁਗਲਕ ਨੇ ਰੱਖੀ ਸੀ। ਤੁਗਲਕਾਬਾਦ ਸ਼ਹਿਰ ਗਿਆਸੁਦੀਨ ਤੁਗਲਕ ਨੇ ਵਸਾਇਆ। ਗਿਆਸੁਦੀਨ ਤੁਗਲਕ ਨੇ ਮੀਰ ਖੁਸਰੋ ਅਤੇ ਹਸਨ ਨਿਜ਼ਾਮੀ ਕਵੀਆਂ ਦੀ ਸਰਪ੍ਰਸਤੀ ਕੀਤੀ। ਜਾਂ ਫਿਰ ਗਿਆਸੁਦੀਨ ਦਾ ਉੱਤਰਾਧਿਕਾਰੀ ਫਿਰੋਜ਼ ਸ਼ਾਹ ਤੁਗਲਕ ਸੀ। ਤਾਂ ਇਹਦੇ ਵਿੱਚ ਜਿਹੜਾ ਸਹੀ ਆਨਸਰ ਨਹੀਂ ਹੈ ਉਹ ਆਪਸ਼ਨ ਸੱਸਾ ਆਏਗਾ। ਜੋ ਗਿਆਸੁਦੀਨ ਤੁਗਲਕ ਬਾਰੇ ਸਹੀ ਨਹੀਂ ਹੈ ਕਿ ਗਿਆਸੁਦੀਨ ਦਾ ਉੱਤਰਾਧਿਕਾਰੀ ਫਿਰੋਜ਼ ਸ਼ਾਹ ਤੁਗਲਕ ਸੀ। ਸੋ ਆਪਸ਼ਨ ਸੱਸਾ ਇਹ ਕਥਨ ਜਿਹੜਾ ਸਹੀ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਮੁਹੰਮਦ ਬਿਨ ਤੁਗਲਕ ਦਾ ਸ਼ਾਸਨ ਕਾਲ ਦੱਸਣਾ ਹੈ। ਕਿਹੜੇ ਈਅਰ ਤੋਂ ਕਿਹੜੇ ਈਅਰ ਤੱਕ ਸੀਗਾ? 1320 ਤੋਂ 25, 1325 ਤੋਂ 51, 1325 ਤੋਂ 50 ਜਾਂ ਫਿਰ 1326 ਤੋਂ 51। ਤਾਂ ਮੁਹੰਮਦ ਬਿਨ ਤੁਗਲਕ ਦਾ ਸ਼ਾਸਨ ਕਾਲ ਸੀਗਾ ਜਿਹੜਾ 1325 ਤੋਂ 1351 ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਨਾਲ ਦੀ ਨਾਲ ਕਮੈਂਟ ਜ਼ਰੂਰ ਕਰਦਿਆ ਕਰੋ, ਬਾਕੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ। ਗਿਆਸੁਦੀਨ ਤੁਗਲਕ ਨੇ ਉਲਗ ਖਾਂ ਦੀ ਉਪਾਧੀ ਕਿਸ ਸ਼ਾਸਕ ਨੂੰ ਦਿੱਤੀ ਸੀ। ਫਿਰੋਜ਼ ਸ਼ਾਹ ਤੁਗਲਕ, ਮੁਹੰਮਦ ਬਿਨ ਤੁਗਲਕ, ਗਾਜ਼ੀ ਤੁਗਲਕ ਜਾਂ ਰਜ਼ੀਆ ਸੁਲਤਾਨਾ ਨੂੰ। ਤਾਂ ਜੋ ਗਿਆਸੁਦੀਨ ਤੁਗਲਕ ਸ਼ਾਸਕ ਸੀਗਾ ਅਤੇ ਇਸਨੇ ਉਲਗ ਖਾਂ ਦੀ ਉਪਾਧੀ ਸੀ ਜਿਹੜੀ ਮੁਹੰਮਦ ਬਿਨ ਤੁਗਲਕ ਨੂੰ ਦਿੱਤੀ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੁਹੰਮਦ ਬਿਨ ਤੁਗਲਕ ਦੀ ਤਾਜਪੋਸ਼ੀ ਦੀ ਰਸਮ 1325 ਦਿੱਲੀ ਦੀ ਕਿਸ ਇਮਾਰਤ ਵਿੱਚ ਹੋਈ ਸੀ। ਲਾਲ ਕਿਲ੍ਹਾ, ਜਾਮਾ ਮਸਜਿਦ, ਦੌਲਤ ਖਾਨਾ ਜਾਂ ਫਿਰ ਕੁਤਬ ਮੀਨਾਰ ਦੇ ਵਿੱਚ। ਤਾਂ ਜੋ ਮੁਹੰਮਦ ਬਿਨ ਤੁਗਲਕ ਹੋਏ ਨੇ ਇਹਨਾਂ ਦੀ ਜੋ ਤਾਜਪੋਸ਼ੀ ਦੀ ਰਸਮ ਸੀ 1325 ਦੇ ਵਿੱਚ ਤਾਂ ਦਿੱਲੀ ਦੀ ਜਿਹੜੀ ਇਮਾਰਤ ਸੀ ਦੌਲਤ ਖਾਨਾ ਤਾਂ ਇਸ ਵਿੱਚ ਹੋਈ ਸੀ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅੱਗੇ ਸ਼ਬਦ ਹੈ, ਮੇਰੇ ਰਾਜ ਦਾ ਹਰ ਇੱਕ ਬਿਰਧ ਪੁਰਸ਼ ਮੇਰੇ ਪਿਤਾ ਸਮਾਨ ਹੈ ਅਤੇ ਹਰੇਕ ਨੌਜਵਾਨ ਮੇਰੇ ਭਰਾ ਬਹਿਰਾਮ
ਖਾਂ ਦੇ ਸਮਾਨ ਹੈ। ਇਹ ਸ਼ਬਦ ਹੈ ਜਿਹੜੇ ਕਿਸ ਤੁਗਲਕ ਸ਼ਾਸਕ ਨੇ ਸੀ ਜਿਹੜੇ ਕਹੇ ਸੀ। ਅਕਸਰ ਇੱਦਾਂ ਦੇ ਕੁਐਸਚਨ ਜਿਹੜੇ ਕੌਮਿਆਂ ਦੇ ਵਿੱਚ ਬੰਦ ਲਾਈਨ ਹੁੰਦੀ ਹੈ ਇਹ ਵੀ ਪੁੱਛੇ ਜਾਂਦੇ ਨੇ। ਫਿਰੋਜ਼ ਸ਼ਾਹ ਤੁਗਲਕ, ਗਿਆਸੂਦੀਨ ਤੁਗਲਕ, ਮੁਹੰਮਦ ਬਿਨ ਤੁਗਲਕ ਜਾਂ ਬਹਿਰਾਮ ਸ਼ਾਹ। ਤਾਂ ਇਹ ਜਿਹੜੇ ਸ਼ਬਦ ਸੀਗੇ ਮੁਹੰਮਦ ਬਿਨ ਤੁਗਲਕ ਦੇ ਸੀਗੇ ਜਿਹਨੇ ਇਹ ਸ਼ਬਦ ਕਹੇ ਸੀਗੇ, ਤੁਗਲਕ ਸ਼ਾਸਕ ਹੋਏ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਦੇਵਗਿਰੀ ਦੀ ਥਾਂ ਦੌਲਤਾਬਾਦ ਨੂੰ ਆਪਣੀ ਰਾਜਧਾਨੀ ਬਣਾਉਣ ਵਾਲਾ ਤੁਗਲਕ ਸ਼ਾਸਕ ਕੌਣ ਸੀ? ਜਿਹਨੇ ਦੇਵਗਿਰੀ ਤੋਂ ਦੌਲਤਾਬਾਦ ਨੂੰ ਆਪਣੀ ਰਾਜਧਾਨੀ ਜਿਹੜਾ ਬਣਾਇਆ ਸੀ। ਫਿਰੋਜ਼ ਸ਼ਾਹ ਤੁਗਲਕ, ਗਿਆਸੂਦੀਨ ਤੁਗਲਕ, ਮੁਹੰਮਦ ਬਿਨ ਤੁਗਲਕ ਜਾਂ ਫਿਰ ਬਹਿਰਾਮ ਸ਼ਾਹ। ਤਾਂ ਇਹ ਤੁਗਲਕ ਸ਼ਾਸਕ ਹੋਇਆ ਹੈ ਮੁਹੰਮਦ ਬਿਨ ਤੁਗਲਕ, ਜਿਹਨੇ ਦੇਵਗਿਰੀ ਦੀ ਥਾਂ ਦੌਲਤਾਬਾਦ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੁਹੰਮਦ ਬਿਨ ਤੁਗਲਕ ਦੁਆਰਾ ਬਣਾਈ ਜੋ ਯੋਜਨਾ ਸੀ ਉਹ ਕਿਹੜੀ ਸੀ? ਤਾਂਬੇ ਦੀ ਸੰਕੇਤਕ ਮੁਦਰਾ ਚਲਾਉਣਾ, ਦੌਲਤਾਬਾਦ ਨੂੰ ਰਾਜਧਾਨੀ ਬਣਾਉਣਾ, ਦੁਆਬ ਵਿੱਚ ਕਰ ਵਧਾਉਣਾ ਜਾਂ ਉਪਰੋਕਤ ਸਾਰੇ। ਤਾਂ ਮੁਹੰਮਦ ਬਿਨ ਤੁਗਲਕ ਦੁਆਰਾ ਬਣਾਈ ਗਈ ਯੋਜਨਾ ਉਪਰੋਕਤ ਸਾਰੀਆਂ ਸੀ। ਇੱਕ ਤਾਂ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਦੌਲਤਾਬਾਦ ਨੂੰ ਰਾਜਧਾਨੀ ਬਣਾਇਆ ਸੀ। ਇਸ ਤੋਂ ਇਲਾਵਾ ਤਾਂਬੇ ਦੀ ਸੰਕੇਤਕ ਮੁਦਰਾ ਚਲਾਈ ਸੀ ਅਤੇ ਦੁਆਬ ਦੇ ਵਿੱਚ ਕਰ ਦੇ ਵਿੱਚ ਜਿਹੜਾ ਵਾਧਾ ਕੀਤਾ ਸੀ। ਤਾਂ ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਕਈ ਵਾਰੀ ਇਹਨਾਂ ਤਿੰਨਾਂ 'ਚੋਂ ਇੱਕ ਆਪਸ਼ਨ ਪਾ ਦਿੱਤੀ ਜਾਂਦੀ ਹੈ ਕੁਐਸਚਨ ਦੇ ਵਿੱਚ, ਤਾਂ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਅਗਲਾ ਪ੍ਰਸ਼ਨ ਹੈ ਕ੍ਰਿਸ਼ੀ ਦੇ ਵਿਕਾਸ ਲਈ ਦੀਵਾਨ ਏ ਕੋਹੀ ਨਾਮ ਦੇ ਵਿਭਾਗ ਦੀ ਸਥਾਪਨਾ ਕਿਸ ਤੁਗਲਕ ਸ਼ਾਸਕ ਨੇ ਕੀਤੀ ਸੀ? ਮੁਹੰਮਦ ਬਿਨ ਤੁਗਲਕ ਨੇ, ਗਿਆਸੂਦੀਨ ਤੁਗਲਕ ਨੇ, ਫਿਰੋਜ਼ ਸ਼ਾਹ ਤੁਗਲਕ ਨੇ ਜਾਂ ਨਸਰੂਦੀਨ ਮਹਿਮੂਦ ਨੇ। ਤਾਂ ਕ੍ਰਿਸ਼ੀ ਦੇ ਵਿਕਾਸ ਲਈ ਦੀਵਾਨ ਏ ਕੋਹੀ ਇਹ ਵਿਭਾਗ ਦਾ ਨਾਮ ਹੈ। ਤਾਂ ਇਹਦੀ ਜਿਹੜੀ ਸਥਾਪਨਾ ਸੀ ਇਹ ਵੀ ਜਿਹੜੀ ਮੁਹੰਮਦ ਬਿਨ ਤੁਗਲਕ ਨੇ ਕੀਤੀ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਹਸਨ ਗੰਗੂ 1347 ਨੇ ਬਾਹਮਣੀ ਦੇ ਸੁਤੰਤਰ ਰਾਜ ਦੀ ਨੀਂਹ ਕਿਸ ਸ਼ਹਿਰ 'ਤੇ ਕਬਜ਼ਾ ਕਰਕੇ ਰੱਖੀ ਸੀ? ਦਿੱਲੀ, ਦੌਲਤਾਬਾਦ, ਆਗਰਾ ਜਾਂ ਫਿਰ ਫਤਿਹਪੁਰ ਸੀਕਰੀ। ਤਾਂ ਬਾਹਮਣੀ ਦੇ ਸੁਤੰਤਰ ਰਾਜ ਦੀ ਨੀਂਹ ਹੈ ਜਿਹੜੀ ਉਹ ਦੌਲਤਾਬਾਦ ਸ਼ਹਿਰ 'ਤੇ ਕਬਜ਼ਾ ਕਰਕੇ ਹਸਨ ਗੰਗੂ ਨੇ 1347 ਦੇ ਵਿੱਚ ਰੱਖੀ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੁਹੰਮਦ ਤੁਗਲਕ ਦੇ ਸਾਮਰਾਜ ਵਿੱਚ ਕੁੱਲ ਕਿੰਨੇ ਪ੍ਰਾਂਤ ਸੀ? 21, 23, 25 ਜਾਂ ਫਿਰ 19। ਤਾਂ ਜੋ ਮੁਹੰਮਦ ਬਿਨ ਤੁਗਲਕ ਦਾ ਸਾਮਰਾਜ ਸੀ ਤਾਂ ਇਹਦੇ ਵਿੱਚ 23 ਪ੍ਰਾਂਤ ਸੀਗੇ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਮੁਹੰਮਦ ਬਿਨ ਤੁਗਲਕ ਦੀ ਮੌਤ ਸਿੰਧ ਵਿੱਚ ਥੱਟਾਂ ਦੇ ਸਥਾਨ 'ਤੇ ਕਦੋਂ ਹੋਈ ਸੀ? 1350 ਈਸਵੀ ਦੇ ਵਿੱਚ, 1351, 1352 ਜਾਂ ਫਿਰ 1349 ਦੇ ਵਿੱਚ। ਤਾਂ ਮੁਹੰਮਦ ਬਿਨ ਤੁਗਲਕ ਦੀ ਮੌਤ ਹੈ ਜਿਹੜੀ 1351 ਈਸਵੀ ਦੇ ਵਿੱਚ, ਜੋ ਸਿੰਧ ਵਿੱਚ ਥੱਟਾਂ ਦਾ ਸਥਾਨ ਹੈ ਤਾਂ ਇੱਥੇ ਹੋਈ ਸੀਗੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਮੁਹੰਮਦ ਬਿਨ ਤੁਗਲਕ ਦੇ ਉੱਤਰਾਧਿਕਾਰੀ ਫਿਰੋਜ਼ ਤੁਗਲਕ ਦਾ ਸ਼ਾਸਨ ਕਾਲ ਕੀ ਸੀ? ਸੋ ਇੱਥੇ ਵੀ ਦੋ ਕੁਐਸਚਨ ਬਣਦੇ ਹੈ। ਮੁਹੰਮਦ ਬਿਨ ਤੁਗਲਕ ਦਾ ਉੱਤਰਾਧਿਕਾਰੀ ਕੌਣ ਸੀ? ਫਿਰੋਜ਼ ਤੁਗਲਕ। ਅਤੇ ਫਿਰੋਜ਼ ਤੁਗਲਕ ਦਾ ਸ਼ਾਸਨ ਕਾਲ ਕਿੰਨਾ ਸੀ? 1351 ਤੋਂ 88, 1352 ਤੋਂ 88, 1351 ਤੋਂ 87 ਜਾਂ 1352 ਤੋਂ 87। ਤਾਂ ਮੁਹੰਮਦ ਬਿਨ ਤੁਗਲਕ ਦੇ ਉੱਤਰਾਧਿਕਾਰੀ ਜੋ ਫਿਰੋਜ਼ ਤੁਗਲਕ ਸੀ ਤਾਂ ਇਹਦਾ ਸ਼ਾਸਨ ਕਾਲ ਸੀ ਜਿਹੜਾ 1351 ਤੋਂ 1388 ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਦੀਵਾਨ ਏ ਖੈਰਾਤ ਵਿਭਾਗ ਦਾਰੁਲ ਅਦਲ ਨਾਮੀ ਅਦਾਲਤ ਦੀ ਸਥਾਪਨਾ ਕਿਸ ਨੇ ਕੀਤੀ ਸੀ? ਮੁਹੰਮਦ ਬਿਨ ਤੁਗਲਕ ਨੇ, ਫਿਰੋਜ਼ ਸ਼ਾਹ ਤੁਗਲਕ ਨੇ, ਅਲਾਉਦੀਨ ਖਿਲਜੀ ਨੇ ਜਾਂ ਗਿਆਸੂਦੀਨ ਤੁਗਲਕ ਨੇ। ਤਾਂ ਦੀਵਾਨ ਏ ਖੈਰਾਤ ਵਿਭਾਗ ਅਤੇ ਦਾਰੁਲ ਅਦਲ ਨਾਮੀ ਅਦਾਲਤ ਦੀ ਜਿਹੜੀ ਸਥਾਪਨਾ ਸੀ ਇਹ ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ। ਜੋ ਅਗਲਾ ਉੱਤਰਾਧਿਕਾਰੀ ਬਣਿਆ ਸੀਗਾ ਮੁਹੰਮਦ ਬਿਨ ਤੁਗਲਕ ਦਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਫਿਰੋਜ਼ ਤੁਗਲਕ ਨੇ 1360 ਈਸਵੀ ਦੇ ਵਿੱਚ ਉੜੀਸਾ ਦੇ ਕਿਸ ਪ੍ਰਸਿੱਧ ਮੰਦਰ ਨੂੰ ਤਹਿਸ ਨਹਿਸ ਜਿਹੜਾ ਕੀਤਾ ਸੀ? ਜਗਨਨਾਥਪੁਰੀ, ਬ੍ਰਹਮੇਸ਼ਵਰ, ਵਿਸ਼ਵਨਾਥ ਜਾਂ ਸਮਲੇਸ਼ ਵਾਸੀ। ਤਾਂ ਫਿਰੋਜ਼ ਸ਼ਾਹ ਤੁਗਲਕ ਨੇ 1360 ਦੇ ਵਿੱਚ ਜੋ ਉੜੀਸਾ ਦਾ ਪ੍ਰਸਿੱਧ ਮੰਦਰ ਸੀਗਾ
ਉਹ ਸੀਗਾ ਜਗਨਨਾਥਪੁਰੀ। ਤਾਂ ਇਸ ਨੂੰ ਤਹਿਸ ਨਹਿਸ ਕੀਤਾ ਸੀਗਾ। ਜਾਂ ਇਹ ਵੀ ਪੁੱਛ ਲਿਆ ਜਾਂਦਾ ਜਗਨਨਾਥਪੁਰੀ ਮੰਦਿਰ ਕਿੱਥੇ ਸਥਿਤ ਹੈ, ਕਿਹੜੇ ਰਾਜ ਦਾ ਮੰਦਿਰ ਹੈ ਇਹ, ਤਾਂ ਉੜੀਸਾ। ਅਤੇ ਇਸ ਨੂੰ ਤਹਿਸ ਨਹਿਸ ਕਰਨ ਵਾਲਾ ਕੌਣ ਸੀ, ਫਿਰੋਜ਼ ਤੁਗਲਕ। ਕਈ ਵਾਰ ਇਕੱਲਾ ਈਅਰ ਪੁੱਛ ਲਿਆ ਜਾਂਦਾ ਤਾਂ ਈਅਰ ਸੀਗਾ 1360। ਤਾਂ ਇੱਕ ਕੁਐਸਚਨ 'ਚੋਂ ਤਿੰਨ ਤਿੰਨ ਕੁਐਸਚਨ ਜਿਹੜੇ ਬਣ ਜਾਂਦੇ ਹੈ। ਅਗਲਾ ਪ੍ਰਸ਼ਨ ਹੈ ਫਿਰੋਜ਼ ਤੁਗਲਕ ਨੇ ਮੀਰ ਏ ਇਮਾਰਤ ਦੀ ਪਦਵੀ ਕਿਸ ਨੂੰ ਦਿੱਤੀ ਸੀ, ਮਾਲਿਕ ਗਾਜ਼ੀ ਸ਼ਾਹਨਾ ਨੂੰ, ਸਿਕੰਦਰ ਨੂੰ, ਨੁਸਰਤ ਸ਼ਾਹ ਨੂੰ ਜਾਂ ਨਾਸਿਰੁਦੀਨ ਮਹਿਮੂਦ ਨੂੰ। ਤਾਂ ਫਿਰੋਜ਼ ਤੁਗਲਕ ਨੇ ਮੀਰ ਏ ਇਮਾਰਤ ਦੀ ਪਦਵੀ ਮਾਲਿਕ ਗਾਜ਼ੀ ਸ਼ਾਹਨਾ ਨੂੰ ਦਿੱਤੀ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅੱਗੇ ਸਹੀ ਮਿਲਾਨ ਕਰਨੇ ਨੇ ਤਾਂ ਇੱਕ ਪਾਸੇ ਕਰ ਨੇ, ਦੂਸਰੇ ਪਾਸੇ ਜਿਸ 'ਤੇ ਕਰ ਲਗਾਇਆ ਜਾਂਦਾ ਸੀ। ਤਾਂ ਕਈ ਵਾਰ ਇਕੱਲੇ ਇਕੱਲੇ ਕੁਐਸਚਨ ਹੀ ਪੁੱਛ ਲੈਂਦੇ ਹੈ, ਜਾਂ ਫਿਰ ਇਸ ਤਰ੍ਹਾਂ ਸਾਰਨੀ ਸਹੀ ਮਿਲਾਨ ਦੇ ਵਿੱਚ ਵੀ ਪੁੱਛ ਲਿਆ ਜਾਂਦਾ। ਤਾਂ ਖਿਰਾਜ ਸੀਗਾ ਜਿਹੜਾ ਭੂਮੀ ਕਰ ਸੀ। ਜਜ਼ੀਆ ਜਿਹੜਾ ਹਿੰਦੂਆਂ 'ਤੇ ਲਗਾਇਆ ਜਾਂਦਾ ਸੀ। ਖਮਸ ਧਰਮ ਪ੍ਰਚਾਰ ਲਈ ਮੁਸਲਮਾਨਾਂ 'ਤੇ ਲਗਾਇਆ ਜਾਣ ਵਾਲਾ ਕਰ ਸੀ। ਜਕਾਤ ਸੀ ਜਿਹੜਾ ਧਰਮ ਪ੍ਰਚਾਰ ਲਈ ਮੁਸਲਮਾਨਾਂ 'ਤੇ ਲਗਾਇਆ ਜਾਣ ਵਾਲਾ ਕਰ ਸੀ। ਖਮਸ ਯੁੱਧ ਵਿੱਚ ਪ੍ਰਾਪਤ ਕੀਤੇ ਧਨ ਦਾ 1/5 ਹਿੱਸਾ। ਤਾਂ ਨੀਚੇ ਸਾਰਨੀ ਦੇ ਹਿਸਾਬ ਨਾਲ ਆੜਾ ਆਪਸ਼ਨ। ਤਾਂ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਜਕਾਤ ਕੀ ਸੀ ਜਾਂ ਖਮਸ ਕੀ ਸੀ। ਤਾਂ ਇਹ ਸਾਰੇ ਕਰ ਸੀਗੇ। ਖਿਰਾਜ, ਜਜ਼ੀਆ, ਜ਼ਿਆਦਾ ਜਜ਼ੀਆ ਕਰ ਬਾਰੇ ਕੁਐਸਚਨ ਪੁੱਛਿਆ ਜਾਂਦਾ ਹੈ। ਖਿਰਾਜ, ਜਕਾਤ, ਖਮਸ। ਕਈ ਵਾਰ ਖਮਸ ਵੀ ਪਾ ਦਿੱਤਾ ਜਾਂਦਾ ਹੈ ਕਿਉਂਕਿ ਆਪਾਂ ਬਹੁਤ ਘੱਟ ਇਹ ਕਰ ਜਿਹੜੇ ਰੀਡ ਕਰਦੇ ਹਾਂ। ਤਾਂ ਇਹ ਵੀ ਪੁੱਛ ਲਿਆ ਜਾਂਦਾ ਵੀ ਇਹ ਕੀ ਸੀਗਾ। ਤਾਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਅਗਲਾ ਪ੍ਰਸ਼ਨ ਹੈ ਫਿਰੋਜ਼ ਤੁਗਲਕ ਦੁਆਰਾ ਦਿੱਲੀ ਵਿੱਚ ਖੋਲ੍ਹੇ ਗਏ ਹਸਪਤਾਲ ਦਾ ਕੀ ਨਾਮ ਸੀ, ਦਾਰੁਲ ਸਫਾ, ਦੀਵਾਨ ਖੈਰਾਤ, ਦਾਰੁਲ ਅਦਲ ਜਾਂ ਮੀਰ ਏ ਇਮਾਰਤ। ਤਾਂ ਫਿਰੋਜ਼ ਤੁਗਲਕ ਦੇ ਦੁਆਰਾ ਜੋ ਦਿੱਲੀ ਦੇ ਵਿੱਚ ਹਸਪਤਾਲ ਖੋਲ੍ਹਿਆ ਗਿਆ ਸੀ ਤਾਂ ਦਾਰੁਲ ਸਫਾ ਉਸ ਹਸਪਤਾਲ ਦਾ ਨਾਮ ਸੀਗਾ। ਜਾਂ ਇਹ ਵੀ ਪੁੱਛ ਲੈਂਦਾ ਦਾਰੁਲ ਸਫਾ ਕੀ ਸੀ, ਤਾਂ ਇਹ ਹਸਪਤਾਲ ਸੀਗਾ ਕਿਸ ਦੇ ਦੁਆਰਾ ਖੋਲ੍ਹਿਆ ਗਿਆ ਸੀ, ਫਿਰੋਜ਼ ਤੁਗਲਕ ਦੇ। ਕਿੱਥੇ ਖੋਲ੍ਹਿਆ ਗਿਆ ਸੀ, ਤਾਂ ਦਿੱਲੀ ਦੇ ਵਿੱਚ। ਤਾਂ ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਹੇਠਾਂ ਦਿੱਤੇ ਵਿੱਚੋਂ ਕਿਹੜਾ ਫਿਰੋਜ਼ ਸ਼ਾਹ ਤੁਗਲਕ ਦੇ ਬਾਰੇ ਸਹੀ ਨਹੀਂ ਹੈ, ਇਹਨਾਂ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਸਹੀ ਨਹੀਂ ਹੈ। ਤਾਂ ਇਹ ਕਥਨ ਹੈ ਜੀ ਆਪਸ਼ਨ ਊੜਾ। ਫਿਰੋਜ਼ ਸ਼ਾਹ ਤੁਗਲਕ ਗਿਆਸੁਦੀਨ ਤੁਗਲਕ ਦਾ ਉੱਤਰਾਧਿਕਾਰੀ ਸੀ, ਬਲਕਿ ਇਹ ਗਿਆਸੁਦੀਨ ਤੁਗਲਕ ਦਾ ਉੱਤਰਾਧਿਕਾਰੀ ਨਹੀਂ ਸੀਗਾ, ਮੁਹੰਮਦ ਬਿਨ ਤੁਗਲਕ ਦਾ ਉੱਤਰਾਧਿਕਾਰੀ ਸੀਗਾ ਫਿਰੋਜ਼ ਸ਼ਾਹ ਤੁਗਲਕ। ਆਪਾਂ ਹੁਣੇ ਪਿੱਛੇ ਕੁਐਸਚਨ ਹੈ ਜਿਹੜਾ ਕਰਕੇ ਆਏ ਹਾਂ। ਅਗਲਾ ਪ੍ਰਸ਼ਨ ਹੈ ਸੈਨਿਕਾਂ ਦੀ ਭਰਤੀ ਦੇ ਵਿੱਚ ਪਿਤਾ ਪੁਰਖੀ ਸਿਧਾਂਤ ਨੂੰ ਅਪਣਾਉਣ ਵਾਲਾ ਸ਼ਾਸਕ ਕੌਣ ਸੀ, ਅਲਾਉਦੀਨ ਖਿਲਜੀ, ਗਿਆਸੁਦੀਨ ਖਿਲਜੀ, ਫਿਰੋਜ਼ ਸ਼ਾਹ ਤੁਗਲਕ ਜਾਂ ਇਲਤੁਤਮਿਸ। ਤਾਂ ਸੈਨਿਕਾਂ ਦੀ ਭਰਤੀ ਦੇ ਵਿੱਚ ਪਿਤਾ ਪੁਰਖੀ ਸਿਧਾਂਤ ਨੂੰ ਅਪਣਾਉਣ ਵਾਲਾ ਸ਼ਾਸਕ ਸੀ ਜਿਹੜਾ ਫਿਰੋਜ਼ ਸ਼ਾਹ ਤੁਗਲਕ ਸੀਗਾ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਇਹਨਾਂ ਵਿੱਚੋਂ ਫਿਰੋਜ਼ ਸ਼ਾਹ ਤੁਗਲਕ ਦੀ ਕਿਹੜੀ ਪਾਲਿਸੀ ਤੁਗਲਕ ਵੰਸ਼ ਦੇ ਪਤਨ ਲਈ ਘਾਤਕ ਸਿੱਧ ਹੋਈ ਸੀ, ਅਜਿਹੀ ਕਿਹੜੀ ਪਾਲਿਸੀ ਫਿਰੋਜ਼ ਸ਼ਾਹ ਤੁਗਲਕ ਨੇ ਬਣਾਈ ਸੀ ਜਿਹਦੇ ਕਰਕੇ ਤੁਗਲਕ ਵੰਸ਼ ਦਾ ਜਿਹੜਾ ਪਤਨ ਹੈ ਉਹ ਹੋ ਗਿਆ ਸੀ। ਟੈਕਸ ਨੀਤੀ, ਨਿਆਇਕ ਨੀਤੀ, ਪਰਉਪਕਾਰੀ ਸੁਧਾਰ ਸੰਬੰਧੀ ਨੀਤੀ ਜਾਂ ਜਗੀਰਦਾਰੀ ਪ੍ਰਣਾਲੀ ਦਾ ਪੁਨਰਗਠਨ। ਤਾਂ ਇਹ ਨੀਤੀ ਸੀਗੀ ਜਗੀਰਦਾਰ ਪ੍ਰਣਾਲੀ ਦਾ ਪੁਨਰਗਠਨ ਕਰਨਾ। ਫਿਰੋਜ਼ ਸ਼ਾਹ ਤੁਗਲਕ ਦੀ ਇਸ ਪਾਲਿਸੀ ਦੇ ਕਾਰਨ ਜਿਹੜਾ ਤੁਗਲਕ ਵੰਸ਼ ਦਾ ਪਤਨ ਹੋਇਆ ਸੀ, ਇਸ ਪਤਨ ਲਈ ਘਾਤਕ ਸਿੱਧ ਹੋਈ ਸੀ। ਆਪਸ਼ਨ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜੀ ਨੀਤੀ ਫਿਰੋਜ਼ ਸ਼ਾਹ ਤੁਗਲਕ ਦੇ ਸੈਨਿਕ ਸੁਧਾਰਾਂ ਦੇ ਵਿੱਚੋਂ ਦੋਸ਼ਪੂਰਨ ਸਿੱਧ ਰਹੀ। ਤਾਂ ਸੈਨਿਕ ਸੁਧਾਰਾਂ ਦੀ ਨੀਤੀ ਪੁੱਛੀ ਜਾ ਸਕਦੀ ਹੈ, ਪਤਨ ਦੇ ਕਾਰਨ ਦੀ ਨੀਤੀ ਵੀ ਜਿਹੜੀ ਆ ਪੁੱਛੀ ਜਾ ਸਕਦੀ ਹੈ। ਸੋ ਇਹ ਨੀਤੀ ਸੀ ਸੈਨਾ ਦਾ ਸੰਗਠਨ ਜਗੀਰਦਾਰੀ ਪ੍ਰਣਾਲੀ ਦੇ ਆਧਾਰ 'ਤੇ ਕਰਨਾ ਹੈ। ਤਾਂ ਇਹੀ ਪ੍ਰਣਾਲੀ ਦਾ ਇਹਨੇ ਸੀ ਜਿਹੜਾ ਜਗੀਰਦਾਰੀ ਪ੍ਰਣਾਲੀ ਦਾ ਪੁਨਰਗਠਨ ਕੀਤਾ ਸੀ, ਅਤੇ ਸੈਨਾ ਦਾ ਸੰਗਠਨ ਸੀ ਜਿਹੜਾ ਜਗੀਰਦਾਰੀ ਪ੍ਰਣਾਲੀ ਦੇ ਆਧਾਰ 'ਤੇ ਕੀਤਾ ਸੀ।
ਜਿਸ ਕਾਰਨ ਇਹ ਸੈਨਿਕ ਸੁਧਾਰਾਂ ਵਿੱਚੋਂ ਦੋਸ਼ਪੂਰਨ ਸਿੱਧ ਹੋਈ ਜੋ ਫਿਰੋਜ਼ ਸ਼ਾਹ ਤੁਗਲਕ ਨੇ ਨੀਤੀ ਜਿਹੜੀ ਅਪਣਾਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੇਠ ਦਿੱਤੇ ਕਾਰਨਾਂ ਵਿੱਚੋਂ ਕਿਹੜਾ ਤੁਗਲਕ ਵੰਸ਼ ਦੇ ਪਤਨ ਲਈ ਜ਼ਿੰਮੇਵਾਰ ਨਹੀਂ ਹੈ? ਸਾਮਰਾਜ ਦੀ ਵਿਸ਼ਾਲਤਾ, ਯਾਨੀ ਕਿ ਸਾਮਰਾਜ ਜਿਹੜਾ ਜ਼ਿਆਦਾ ਫੈਲਿਆ ਹੋਇਆ ਸੀ, ਅਬਦਾਲੀ ਦੇ ਹਮਲੇ, ਫਿਰੋਜ਼ ਤੁਗਲਕ ਦੀਆਂ ਨੀਤੀਆਂ, ਉਲਮਾ ਦਾ ਰਾਜਨੀਤੀ ਦੇ ਵਿੱਚ ਦਖਲ ਦੇਣਾ। ਤਾਂ ਇਹਨਾਂ ਕਾਰਨਾਂ ਦੇ ਵਿੱਚੋਂ ਅਬਦਾਲੀ ਦੇ ਹਮਲੇ ਤੁਗਲਕ ਵੰਸ਼ ਦੇ ਪਤਨ ਲਈ ਜ਼ਿੰਮੇਵਾਰ ਨਹੀਂ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਉਸ ਪਹਿਲੇ ਮੁਸਲਿਮ ਸ਼ਾਸਕ ਦਾ ਨਾਂ ਦੱਸੋ ਜਿਸ ਨੇ ਆਪਣੇ ਸਾਮਰਾਜ ਨੂੰ ਦਾਰੁਲ ਇਸਲਾਮ ਦਾ ਭਾਗ ਮੰਨਿਆ ਸੀ। ਅਲਾਉਦੀਨ ਖਿਲਜੀ, ਇਲਤੁਤਮਿਸ, ਫਿਰੋਜ਼ ਸ਼ਾਹ ਤੁਗਲਕ ਜਾਂ ਮੁਹੰਮਦ ਗੌਰੀ। ਤਾਂ ਇਹ ਸ਼ਾਸਕ ਸੀਗਾ ਜੀ ਫਿਰੋਜ਼ ਸ਼ਾਹ ਤੁਗਲਕ, ਜੋ ਪਹਿਲਾ ਮੁਸਲਿਮ ਸ਼ਾਸਕ ਸੀਗਾ ਜਿਹਨੇ ਆਪਣੇ ਸਾਮਰਾਜ ਨੂੰ ਦਾਰੁਲ ਇਸਲਾਮ ਦਾ ਭਾਗ ਹੈ ਜਿਹੜਾ ਮੰਨਿਆ ਸੀ। ਆਪਸ਼ਨ ਈ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ, ਅਗਲੇ ਭਾਗ ਦੇ ਅਗਲੇ ਨਵੇਂ ਟੌਪਿਕ 'ਤੇ MCQ ਪ੍ਰਸ਼ਨ ਉੱਤਰ ਸੀ। ਕੰਟੀਨਿਊ ਤੁਹਾਨੂੰ ਟੌਪਿਕ ਦੇ ਵਾਈਜ਼ ਪ੍ਰਸ਼ਨ ਉੱਤਰ ਪ੍ਰੋਵਾਈਡ ਕਰ ਦੇਵਾਂਗੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।